ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਬਾਣੀ ਸਿੱਖੀਏ ਦੀ 33ਵੀਂ ਕਿਸ਼ਤ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਗੁਰਮਤਿ ਦੇ ਬੜੇ ਹੀ ਮਹੱਤਵਪੂਰਨ ਸਿਧਾਂਤ ਦੀ ਵਿਚਾਰ ਕਰਾਂਗੇ, ਜਿਸ ਦਾ ਵਿਸ਼ਾ ਹੈ ਦੂਜਾ ਨਹੀਂ ਕੋਈ, ਅਰਥਾਤ ਪਰਮਾਤਮਾ ਇੱਕ ਅਤੇ ਸਿਰਫ ਇੱਕ ਹੈ। ਬੇਸ਼ੱਕ ਉਸਦੇ ਨਾਮ ਬੇਅੰਤ ਅਨੰਤ ਹਨ, ਭਾਵੇਂ ਉਹਨੂੰ ਰਾਮ ਕਹਿ ਲਓ, ਭਾਵੇਂ ਅੱਲਾ ਕਹਿ ਲਓ, ਭਾਵੇਂ ਗੋਬਿੰਦ ਕਹਿ ਲਓ, ਭਾਵੇਂ ਗੋਪਾਲ ਕਹਿ ਲਓ, ਭਾਵੇਂ ਹਰੀ ਕਹਿ ਲਓ, ਭਾਵੇਂ ਸਾਰੰਗਪਾਣ ਕਹਿ ਲਓ, ਭਾਵੇਂ ਮਾਸਟਰ ਕਹਿ ਲਓ, ਕ੍ਰੀਏਟਰ ਕਹਿ ਲਓ, ਉਸਨੂੰ ਬੇਅੰਤ ਨਾਵਾਂ ਦੇ ਨਾਲ ਸੰਬੋਧਿਤ ਕੀਤਾ ਜਾ ਸਕਦਾ ਹੈ। ਤੇ ਅਗਲੀ ਗੱਲ, ਪਰਮਾਤਮਾ ਸਾਰੀ ਮਨੁੱਖਤਾ ਦਾ, ਸਾਰੀ ਕਾਇਨਾਤ ਦਾ, ਸਾਰੇ ਬ੍ਰਹਮੰਡਾਂ ਦਾ ਇੱਕ ਹੈ। ਇਹ ਨਹੀਂ ਕਿ ਵੱਖ-ਵੱਖ ਮਜ਼ਹਬਾਂ ਦਾ, ਵੱਖ-ਵੱਖ ਦਲਾਂ ਦਾ, ਵੱਖ-ਵੱਖ ਦੇਸ਼ ਵਾਸੀਆਂ ਦਾ ਰੱਬ ਵੱਖਰਾ ਹੈ। ਇਹ ਬਹੁਤ ਹੀ ਵੱਡਾ ਭੁਲੇਖਾ ਹੈ। ਨਾ ਹੀ ਰੱਬ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਖਾਸ ਬੰਦਿਆਂ ਨੂੰ ਸਵਰਗਾਂ ਵਿੱਚ ਲੈ ਜਾਏਗਾ ਤੇ ਬਾਕੀਆਂ ਨੂੰ ਉਹ ਨਰਕਾਂ ਵਿੱਚ ਸੁੱਟ ਦੇਗਾ। ਰੱਬ ਦੀ ਟੱਕਰ ਤੇ ਦੂਜਾ ਕੋਈ ਸ਼ੈਤਾਨ ਜਾਂ ਸਾਤਨ ਵੀ ਨਹੀਂ ਹੈ। ਪਰਮਾਤਮਾ ਸਿਰਫ ਆਪ ਹੀ ਆਪ ਹੈ। ਉਹ ਆਪ ਹੀ ਸਰਗੁਣ ਹੈ, ਆਪ ਹੀ ਨਿਰਗੁਣ ਹੈ। ਸੋ ਆਓ ਗੁਰਬਾਣੀ ਦੀਆਂ ਪੰਕਤੀਆਂ ਵਿੱਚੋਂ ਕੁਝ ਉਦਾਹਰਣ ਲੈ ਕੇ ਇਸ ਕੀਮਤੀ ਸਿਧਾਂਤ ਨੂੰ ਸਮਝੀਏ। ਰੇ ਜੀ ਨਿਲਜ ਲਾਜ ਤੁਹੇ ਨਾਹੀ, ਹਰ ਤਜ ਕਤ ਕਾਹੂ ਕੇ ਜਾਹੀ। ਰਹਾਓ। ਨਿਲਜ ਦਾ ਅਰਥ ਹੈ ਬੇਸ਼ਰਮ, ਨਿਰਲਜ। ਲਾਜ ਦਾ ਮਤਲਬ ਸ਼ਰਮ। ਤਜ ਦਾ ਅਰਥ ਹੈ ਛੱਡ ਕੇ, ਤਜ ਕੇ। ਕਤ ਮੈਨੇ ਕਿੱਥੇ, ਕਾਹੂ ਮੈਨੇ ਕਿਹਦੇ ਕੋਲ। ਹੇ ਮੇਰੇ ਬੇਸ਼ਰਮ ਮਨ, ਹੇ ਮੇਰੇ ਨਿਰਲਜ ਜੀ, ਤੈਨੂੰ ਲਾਜ ਨਹੀਂ ਆਉਂਦੀ, ਤੈਨੂੰ ਸ਼ਰਮ ਨਹੀਂ ਆਉਂਦੀ। ਹਰੀ ਪਰਮਾਤਮਾ ਨੂੰ ਛੱਡ ਕੇ ਤੂੰ ਕਿੱਥੇ ਹੋਰ ਕਿਹਦੇ ਕੋਲ ਜਾਣਾ ਹੈ। ਜਾਂ ਕੋ ਠਾਕੁਰ ਉੱਚਾ ਹੋਈ, ਸੋ ਜਨ ਪਰ ਕਰ ਜਾਤ ਨਾ ਸੋਹੀ। ਸੋਹੀ ਦਾ ਮਤਲਬ ਸੋਭਾ ਦਿੰਦਾ। ਜਿਸ ਮਨੁੱਖ ਦਾ ਮਾਲਿਕ ਠਾਕੁਰ ਬਹੁਤ ਉੱਚਾ ਹੋਵੇ, ਤਾਕਤਵਰ ਹੋਵੇ, ਸਮਰੱਥ ਹੋਵੇ, ਇਹੋ ਜਿਹੇ ਮਾਲਿਕ ਦਾ ਦਾਸ, ਜਨ, ਸੇਵਕ, ਨੌਕਰ ਕਿਸੇ ਪਰਾਏ ਘਰ ਜਾਂਦਾ ਸੋਭਾ ਨਹੀਂ ਦਿੰਦਾ। ਸੋ ਸਾਹਿਬ ਰਿਹਾ ਭਰਪੂਰ, ਸਦਾ ਸੰਗ ਨਾਹੀ ਹਰ ਦੂਰ। ਉਹ ਮਾਲਿਕ, ਉਹ ਪਰਮਾਤਮਾ ਭਰਪੂਰ ਹੈ, ਕਣ ਕਣ ਵਿੱਚ ਵਿਆਪਕ ਹੈ। ਉਹ ਸਦਾ ਤੇਰੇ ਸੰਗ ਹੈ, ਤੇਰੇ ਤੋਂ ਦੂਰ ਨਹੀਂ ਹੈ। ਕਵਲਾ ਚਰਨ ਸਰਣ ਹੈ ਜਾਂ ਕੇ, ਕਹੋ ਜਨ ਕਾ ਨਾਹੀ ਕਰ ਤਾਂਕੇ। ਕਾ ਨਾਹੀ ਮੇਰੇ ਕੀ ਨਹੀਂ ਹੈ। ਕਵਲਾ ਦਾ ਅਰਥ ਹੈ ਲక్ష్ਮੀ ਦੇਵੀ। ਸਾਰੀ ਦੁਨੀਆ ਮਾਇਆ ਦੇ ਪਿੱਛੇ ਭੱਜਦੀ ਹੈ, ਮਾਇਆ ਨੂੰ ਦੇਵੀ ਕਰਕੇ ਵੀ ਪੂਜਦੀ ਹੈ। ਸੋ ਕਵਲਾ ਦਾ ਅਰਥ ਹੈ ਲక్ష్ਮੀ ਦੇਵੀ। ਭਗਤ ਕਬੀਰ ਜੀ ਕਹਿੰਦੇ ਹਨ ਕਿ ਹੇ ਭਾਈ, ਜਿਸ ਮਾਇਆ ਦੀ ਖਾਤਰ ਤੁਸੀਂ ਇੰਨੀਆਂ ਦੌੜਾਂ ਭੱਜਾਂ ਕਰਦੇ ਹੋ, ਜਨ ਜਨ ਦੀ ਚਾਪਲੂਸੀ ਕਰਦੇ ਹੋ, ਛਲ ਕਪਟ ਕਰਦੇ ਹੋ, ਹੇਰਾ ਫੇਰੀਆਂ ਕਰਦੇ ਹੋ, ਤੇ ਨਿੰਦਾ ਉਸਤਤ ਦੇ ਚੱਕਰ 'ਚ ਵੀ ਪੈਂਦੇ ਹੋ, ਕਈ ਚਤੁਰਾਈਆਂ ਕਰਦੇ ਹੋ, ਕਹਿੰਦੇ ਉਹ ਲక్ష్ਮੀ ਦੇਵੀ ਜਿਹੜੀ ਹੈ, ਚਰਨ ਸ਼ਰਨ ਹੈ ਜਾਂ ਕਿ ਉਸ ਮਾਲਿਕ ਦੇ ਚਰਨਾਂ ਵਿੱਚ ਸ਼ਰਨ ਲੈ ਕੇ ਦਾਸੀ ਬਣ ਕੇ ਬੈਠੀ ਹੋਈ ਹੈ। ਸੋ ਜਿਹਦੇ ਚਰਨਾਂ ਵਿੱਚ ਸ਼ਰਨ ਲੈ ਕੇ ਲక్ష్ਮੀ ਦੇਵੀ ਦਾਸੀ ਹੈ, ਕਹੋ ਜਨ, ਹੇ ਭਾਈ ਦੱਸੋ, ਕਾ ਨਾਹੀ ਕਰਦਾ ਕਿ ਇਹੋ ਜਿਹੇ ਠਾਕੁਰ ਦੇ ਘਰ ਵਿੱਚ ਕੀ ਨਹੀਂ ਹੋਏਗਾ, ਕੀ ਨਹੀਂ ਹੈ। ਸਭ ਕੁਝ ਉਸ ਪਰਮਾਤਮਾ ਤੋਂ ਮਿਲ ਜਾਂਦਾ ਹੈ। ਪਰਮਾਤਮਾ ਇੱਛਾ ਪੂਰਕ ਹੈ, ਸਰਬ ਕਲਾ ਭਰਪੂਰ ਹੈ, ਸਰਬ ਕਲਾ ਸਮਰੱਥ ਹੈ। ਉਸ ਦਾ ਦਰ ਛੱਡ ਕੇ ਕੋਈ ਹੋਰ ਝਾਕ ਨਹੀਂ ਰੱਖਣੀ ਚਾਹੀਦੀ। ਤੇ ਨਾ ਹੀ ਇਹ ਗੱਲ ਕਿਸੇ ਨੂੰ ਸੋਭਾ ਦਿੰਦੀ ਹੈ ਕਿ ਜਿਹੜਾ ਮਨੁੱਖ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਤਮਸਤਕ ਹੁੰਦਾ ਹੈ, ਉਹ ਕਿਤੇ ਮੜੀਆਂ ਤੇ ਜਾਵੇ, ਕਬਰਾਂ ਤੇ ਜਾਵੇ ਤੇ ਡੇਰਿਆਂ ਵਿੱਚ ਜਾਵੇ। ਆਓ ਅੱਗੇ ਦੇਖੀਏ। ਸੱਚੇ ਬਾਝੋਂ ਕੋ ਅਵਰ ਨਾ ਦੂਆ। ਸੱਚ ਦਾ ਅਰਥ ਹੈ ਸਦਾ ਥਿਰ। ਸਦਾ ਥਿਰ ਪਰਮਾਤਮਾ ਦੇ ਬਾਝੋਂ ਅਰਥਾਤ ਉਸ ਤੋਂ ਬਿਨਾਂ ਕੋ ਅਵਰ ਨਾ ਦੂਆ, ਦੂਜਾ ਹੋਰ ਕੋਈ ਨਹੀਂ ਹੈ। ਦੂਜੀ ਹਰ ਸ਼ੈ ਸੱਚ ਨਹੀਂ ਹੈ, ਉਹ ਝੂਠ ਹੈ, ਉਹ ਨਾਸ਼ਵਾਨ ਹੈ। ਦੂਜਾ ਲਾਗ ਜਗ ਖੱਪ ਖੱਪ ਮੂਆ। ਖੱਪ ਖੱਪ ਦਾ ਮਤਲਬ ਹੁੰਦਾ ਹੈ ਖੱਪ ਖੱਪ ਕੇ, ਮਤਲਬ ਕਿ ਕੰਜ਼ਿਊਮ ਹੋ ਕੇ, ਦੁਖੀ ਹੋ ਕੇ। ਮੂਆ ਮਤਲਬ ਕਿ ਆਤਮਿਕ ਮੌਤੇ ਮਰ ਗਿਆ ਹੈ। ਦੂਜਾ ਲਾਗ, ਦੂਜਾ ਲਾਗ ਅਰਥਾਤ ਅਕਾਲ ਪੁਰਖ ਪਰਮਾਤਮਾ ਦੀ ਬੰਦਗੀ, ਸਿਮਰਨ, ਸੇਵਾ ਛੱਡ ਕੇ
ਦੂਜੀ ਹੋਰ ਵਿਧੀਆਂ ਵਿੱਚ, ਦੂਜੀ ਜੁਗਤੀਆਂ ਵਿੱਚ, ਚਾਹੇ ਉਹ ਦੇਹਧਾਰੀ ਗੁਰੂ ਕਹਿ ਲਓ, ਚਾਹੇ ਉਹ ਮੜੀਆਂ ਕਹਿ ਲਓ, ਚਾਹੇ ਉਹ ਰੁੱਖਾਂ ਦੀ ਦੇਵੀ ਦੇਵਤਿਆਂ ਦੀ ਪੂਜਾ ਕਹਿ ਲਓ, ਚਾਹੇ ਕੋਈ ਕਰਮ ਕਾਂਡ ਕਹਿ ਲਓ, ਚਾਹੇ ਉਹ ਬੰਦਿਆਂ ਦੀ ਚਾਪਲੂਸੀਆਂ ਕਹਿ ਲਓ, ਦੂਜਾ ਲਾਗ ਜਗ ਖੱਪ ਖੱਪ ਮੂਆ। ਅਕਾਲ ਪੁਰਖ ਨੂੰ ਛੱਡ ਕੇ ਇੱਦਾਂ ਦੂਜੇ ਵਿੱਚ ਪਿਆਰ ਪਾ ਕੇ ਜਿਹੜਾ ਜਗਤ ਹੈ ਖੱਪ ਖੱਪ ਕੇ ਆਤਮਿਕ ਮੌਤ ਸਹੇੜਦਾ ਪਿਆ ਹੈ। ਗੁਰਮੁਖ ਹੋਵੇ, ਪਰ ਜਿਹੜਾ ਕੋਈ ਮਨੁੱਖ ਭਾਗਾਂ ਵਾਲਾ ਗੁਰਮੁਖ ਬਣ ਜਾਏ, ਅਰਥਾਤ ਆਪਣਾ ਮਨ ਗੁਰੂ ਨੂੰ ਸੌਂਪ ਦੇਵੇ ਤੇ ਗੁਰੂ ਕੋਲੋਂ ਗਿਆਨ ਗ੍ਰਹਿਣ ਕਰ ਲਵੇ, ਉਹ ਬਣ ਜਾਂਦਾ ਹੈ ਗੁਰਮੁਖ। ਜਦੋਂ ਗੁਰਮੁਖ ਹੋਵੇ ਸੋ ਇੱਕੋ ਜਾਣਾ, ਉਹ ਫਿਰ ਇੱਕ ਦੇ ਨਾਲ ਜਾਣ ਪਛਾਣ ਬਣਾਉਂਦਾ ਹੈ ਤੇ ਇੱਕੋ ਸੇਵ ਸੁਖ ਪਾਵਣਿਆ, ਤੇ ਇੱਕੋ ਦੀ ਸੇਵਾ ਵਿੱਚ ਜੁਟ ਕੇ ਇੱਕੋ ਦਾ ਸਿਮਰਨ ਕਰਕੇ ਉਹ ਫਿਰ ਸਦੀਵੀ ਸੁਖ ਆਤਮਿਕ ਆਨੰਦ ਪ੍ਰਾਪਤ ਕਰਦਾ ਹੈ। ਹਉ ਮੰਗੋ ਆਨ ਲਜਾਵੋ। हे ਭਾਈ, ਆਨ ਦਾ ਅਰਥ ਹੈ ਦੂਜਾ, ਲਜਾਵੋ ਮੈਨੇ ਸ਼ਰਮਿੰਦਾ ਹੁੰਨਾ। ਹਉ ਮੰਗੋ ਜੇ ਮੈਂ ਮੰਗਦਾ, ਆਨ ਹੋਰ ਤੋਂ, ਜੇ ਮੈਂ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ਕੋਲੋਂ ਕੋਈ ਮੰਗਦਾ ਤੇ ਲਜਾਵੋ ਤੇ ਮੈਂ ਸ਼ਰਮਿੰਦਗੀ ਦਾ ਸ਼ਿਕਾਰ ਹੁੰਨਾ ਹਾਂ। ਸਗਲ ਛਤਰਪਤ ਏਕੋ ਠਾਕੁਰ ਕੌਣ ਸੰਸਰ ਲਾਵੋ। ਛਤਰਪਤ ਦਾ ਹੁੰਦਾ ਅਰਥ ਹੈ ਰਾਜਾ, ਜਿਹਦੇ ਸਿਰ ਤੇ ਛਤਰ ਹੈ। ਸਗਲ ਛਤਰਪਤ ਸਾਰੇ ਬ੍ਰਹਿਮੰਡ ਦਾ, ਸਾਰੀ ਸ੍ਰਿਸ਼ਟੀ ਦਾ ਰਾਜਾ ਇੱਕੋ ਠਾਕੁਰ, ਇੱਕੋ ਅਕਾਲ ਪੁਰਖ ਵਾਹਿਗੁਰੂ ਹੈ। ਕੌਣ ਸੰਸਰ ਲਾਵੋ, ਦੱਸੋ ਭਾਈ ਉਸਦੀ ਬਰਾਬਰੀ ਤੇ ਕਿਹਨੂੰ ਦੱਸਿਆ ਜਾ ਸਕਦਾ ਹੈ। ਮੈਂ ਉਸਦੀ ਟੱਕਰ ਤੇ ਕਿਸੇ ਹੋਰ ਨੂੰ ਨਹੀਂ ਲਾ ਸਕਦਾ, ਨਹੀਂ ਪੇਸ਼ ਕਰ ਸਕਦਾ। ਹਿਕ ਸੇਵੀ ਹਿਕ ਸਮਲਾ, ਹਰ ਇਕਸ ਪੈ ਅਰਦਾਸ। हे ਭਾਈ, ਮੈਂ ਇੱਕ ਦੀ ਹੀ ਸੇਵਾ ਕਰਦਾ ਹਾਂ, ਇੱਕ ਨੂੰ ਹੀ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦਾ ਹਾਂ ਤੇ ਮੇਰੀ ਅਰਦਾਸ, ਮੇਰੀ ਬੇਨਤੀ, ਮੇਰੀ ਜੋਦੜੀ ਵੀ ਇੱਕ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਹੀ ਹੁੰਦੀ ਹੈ। ਮੈਂ ਹੋਰ ਕਿਸੇ ਦੂਜੀ ਥਾਂ ਤੇ ਮੰਗ ਨਹੀਂ ਰੱਖਦਾ। ਮਹਿਲਾ ਪੰਜਵਾਂ। ਹਿਕਸ ਕੂ ਤੂ ਆਹ, ਪਛਾਣੂ ਵੀ ਹਿਕ ਕਰ। ਹਿਕਸ ਦਾ ਅਰਥ ਹੈ ਇਕਸ, ਇਕਸ ਕੂ ਤੂ ਆਹ, ਅਰਥਾਤ ਆਹ ਦਾ ਅਰਥ ਹੈ ਤਾਂਘ ਕਰਨੀ, ਆਪਣੇ ਅੰਦਰ ਤੜਪ ਪੈਦਾ ਕਰਨੀ। ਗੁਰੂ ਸਾਹਿਬ ਫਰਮਾਉਂਦੇ ਹਨ, हे ਭਾਈ, ਤੂੰ ਇੱਕ ਅਕਾਲ ਪੁਰਖ ਦੇ ਮਿਲਾਪ ਦੀ ਤੜਪ ਹੀ ਆਪਣੇ ਅੰਦਰ ਪੈਦਾ ਕਰ। ਪਛਾਣੂ ਵੀ ਹਿਕ ਕਰ। ਪਛਾਣੂ ਦਾ ਅਰਥ ਹੈ ਜਿਹਨੂੰ ਅਸੀਂ ਜਾਣਦੇ ਹਾਂ, ਜਿੱਦਾਂ ਕਹਿੰਦੇ ਇਹ ਮੇਰਾ ਪਛਾਣੂ ਹੈ, ਮੈਂ ਇਹਨੂੰ ਜਾਣਦਾ, ਇਹ ਮੇਰਾ ਮਿੱਤਰ ਹੈ, ਇਹ ਮੇਰਾ ਨੇੜਲਾ ਹੈ। ਸੋ ਆਪਣਾ ਨੇੜਲਾ, ਆਪਣਾ ਪਛਾਣੂ, ਆਪਣਾ ਜਾਣਕਾਰ, ਆਪਣਾ ਮਿੱਤਰ ਵੀ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਬਣਾ। ਨਾਨਕ ਆਸੜੀ ਨਿਭਾਏ ਮਾਨੁਖ ਪਰਥਾਈ ਲਜੀਵਦੋ। ਲਜੀਵਦੋ ਮੈਨੇ ਸ਼ਰਮਿੰਦੇ ਹੋਣ ਦਾ ਸਬਬ ਬਣਨਾ, ਪਰਥਾਈ ਮੈਨੇ ਤੁਰ ਕੇ ਜਾਣਾ, ਉਸ ਪਾਸੇ ਜਾਣਾ। ਆਸੜੀ ਦਾ ਅਰਥ ਹੈ ਆਸ, ਇੱਛਾ, ਨਿਭਾਏ ਮੈਨੇ ਨਿਭ ਜਾਂਦੀ ਹੈ। हे ਭਾਈ, ਜੇ ਤੂੰ ਇੱਕ ਦੀ ਤਾਂਘ ਰੱਖੇਗਾ, ਇੱਕ ਨਾ ਪਛਾਣ ਕਰੇਗਾ ਤੇ हे ਨਾਨਕ, ਉਹ ਤੇਰੀ ਸਾਰੀ ਆਸਾਂ ਨੂੰ ਨਿਭਾ ਦੇਗਾ, ਨੇਪਰੇ ਚਾੜ ਦੇਗਾ। ਤੇ ਇਹਦੇ ਉਲਟ ਮਾਨੁਖ ਪਰਥਾਈ ਲਜੀਵਦੋ, ਮਨੁੱਖ ਤੋਂ ਆਸ ਰੱਖਣੀ, ਮਨੁੱਖ ਦੀ ਚਾਪਲੂਸੀ ਕਰਨੀ, ਮਨੁੱਖ ਦੀ ਉਸਤਤ ਕਰਨੀ, ਇਹ ਲਜੀਵਦੋ, ਇਹ ਸਭ ਜਿਹੜਾ ਹੈ ਇਹ ਸ਼ਰਮਿੰਦਗੀ ਦਾ ਸਬਬ ਬਣਦਾ ਹੈ। ਮਨੁੱਖ ਆਪਣੀ ਅਣਖ ਗਵਾ ਬੈਠਦਾ ਹੈ। ਸ਼ਲੋਕ। ਨਿਰੰਕਾਰ ਆਕਾਰ ਆਪ। ਉਹ ਵਾਹਿਗੁਰੂ ਨਿਰੰਕਾਰ ਹੈ, ਆਕਾਰ ਰਹਿਤ ਹੈ। ਆਕਾਰ ਆਪ, ਉਸ ਵਾਹਿਗੁਰੂ ਨੇ ਆਪ ਹੀ ਆਪਣੇ ਆਪ ਨੂੰ ਆਕਾਰ ਦੇ ਰੂਪ ਵਿੱਚ, ਬ੍ਰਹਿਮੰਡ ਦੇ ਰੂਪ ਵਿੱਚ ਪੇਸ਼ ਕੀਤਾ ਹੈ, ਅਰਥਾਤ ਅਕਾਲ ਪੁਰਖ ਹਰ ਇੱਕ ਰੰਗ ਰੂਪ ਆਕਾਰ ਵਿੱਚ ਹੈ। ਨਿਰਗੁਣ ਸਰਗੁਣ ਏਕ, ਉਹ ਪਰਮਾਤਮਾ ਆਪ ਹੀ ਨਿਰਗੁਣ ਵੀ ਹੈ, ਮਾਇਆ ਦੇ ਤਿੰਨਾਂ ਗੁਣਾਂ ਤੋਂ ਨਿਰਲੇਪ ਹੈ। ਸਰਗੁਣ ਵੀ ਉਹੀ ਹੈ, ਅਰਥਾਤ ਮਾਇਆ ਦੇ ਤਿੰਨਾਂ ਗੁਣਾਂ ਵਾਲਾ ਵੀ ਉਹੀ ਹੈ। ਅਰਥਾਤ ਨਿਰਗੁਣ ਤੇ ਸਰਗੁਣ ਇਹ ਵੱਖ-ਵੱਖ ਨਹੀਂ ਹਨ। ਪਰਮਾਤਮਾ ਨਿਰਗੁਣ ਵੀ ਹੈ ਤੇ ਸਰਗੁਣ ਵੀ ਹੈ। ਅਰਥਾਤ ਇਹਨੂੰ ਅਸੀਂ ਸਾਦੇ ਸ਼ਬਦਾਂ ਵਿੱਚ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਦ੍ਰਿਸ਼ਟਮਾਨ ਜਗਤ ਜੋ ਸਾਨੂੰ ਜਿੰਨਾ ਦਿਖ ਰਿਹਾ ਹੈ, ਜਿੰਨਾ ਬ੍ਰਹਿਮੰਡ ਦਿਖ ਰਿਹਾ ਹੈ, ਇਹ ਸਾਰਾ ਪਰਮਾਤਮਾ ਦਾ ਆਪਣਾ ਰੂਪ ਹੈ। ਤੇ ਦ੍ਰਿਸ਼ਟਮਾਨ ਜਗਤ ਦੇ ਪਿੱਛੇ ਜਿਹੜੀ ਤਾਕਤ, ਜਿਹੜੀ ਕਲਾ, ਜਿਹੜੀ ਸ਼ਕਤੀ ਵਰਤ ਰਹੀ ਹੈ, ਉਹ ਵਾਹਿਗੁਰੂ ਵੀ ਉਹ ਆਪ ਹੀ ਹੈ। ਦ੍ਰਿਸ਼ਟਮਾਨ ਵੀ ਉਹ ਆਪ ਹੈ ਤੇ ਅਦ੍ਰਿਸ਼ਟ ਵੀ ਉਹ ਆਪ ਹੀ ਹੈ। ਏਕੇ ਏਕ ਬਖਾਨਨੋ ਨਾਨਕ ਏਕ ਅਨੇਕ। हे ਨਾਨਕ, ਉਸ ਪਰਮਾਤਮਾ ਦਾ ਬਖਾਨ ਕਰਨ ਲੱਗੇ ਸਿਰਫ ਸਾਨੂੰ ਇੱਕ ਦੀ ਵਿਆਖਿਆ ਹੀ ਕਰਨੀ ਚਾਹੀਦੀ ਹੈ, ਇੱਕ ਦਾ ਹੀ ਵਿਖਿਆਨ ਕਰਨਾ ਚਾਹੀਦਾ ਹੈ। ਉਹ ਪਰਮਾਤਮਾ ਆਪ ਇੱਕ ਹੈ ਤੇ ਆਪਣੇ ਆਪ ਨੂੰ ਉਹਨੇ ਅਨੇਕਾਂ ਰੰਗਾਂ, ਰੂਪਾਂ
ਰੂਪਾਂ ਰੇਖਾਂ ਦੇ ਵਿੱਚ ਪ੍ਰਗਟ ਕੀਤਾ ਹੋਇਆ ਹੈ। ਵਜੋ ਸਾਹਿਬ ਕਾ ਸੇਬ ਵੀਰਾਨੀ। ਵਜੋ ਦਾ ਅਰਥ ਹੈ ਵਜੋ ਦਾ ਅਰਥ ਹੈ ਸਾਧ ਸੰਗਤ ਜੀ ਵजीफा ਜਾਂ ਤਨਖਾਹ। ਸਾਹਿਬ ਮਾलिक, ਸੇਬ ਸੇਵਾ ਚਾਕਰੀ, ਵੀਰਾਨੀ ਮੈਨੇ ਬਗਾਨੀ। ਗੁਰੂ ਸਾਹਿਬ ਇੱਥੇ ਇੱਕ ਬਹੁਤ ਹੀ ਸਖਤ ਤਾੜਨਾ ਕਰਦੇ ਹਨ ਤੇ ਮਨੁੱਖਤਾ ਨੂੰ ਉਹਦਾ ਜਿਹੜਾ ਇਹ ਗੁਨਾਹ ਹੈ ਉਹਦੇ ਬਾਰੇ ਸੁਚੇਤ ਕਰਦੇ ਹਨ। ਮੰਨ ਲਓ ਅਸੀਂ ਆਮ ਸਮਾਜ ਵਿੱਚ ਦੇਖੀਏ, ਕੋਈ ਬੰਦਾ ਕਿਸੇ ਕੋਲੋਂ ਨੌਕਰੀ ਕਰਦਾ ਹੋਵੇ, ਉਹ ਤੋਂ ਤਨਖਾਹ ਲੈਂਦਾ ਹੋਵੇ ਤੇ ਚੋਰੀ ਕਿਸੇ ਕੰਮ ਕਿਸੇ ਹੋਰ ਦਾ ਕਰਦਾ ਹੋਵੇ, ਤੇ ਇਹੋ ਜਿਹੇ ਮਨੁੱਖ ਨੂੰ ਅਸੀਂ ਕੀ ਕਵਾਂਗੇ? ਅਸੀਂ ਕਹਾਂਗੇ ਚੋਰ ਹੈਗਾ, ਹਰਾਮਖੋਰ ਹੈਗਾ, ਧੋਖੇਬਾਜ਼ ਹੈਗਾ, ਤਨਖਾਹ ਕਿਤੇ ਹੋਰ ਲੈਂਦਾ ਤੇ ਕੰਮ ਕਿਸੇ ਹੋਰ ਦਾ ਕਰਦਾ ਹੈ। ਹੁਣ ਅਸੀਂ ਸਾਰੇ ਜਿਹੜੇ ਪ੍ਰਾਣੀ ਹਾਂ, ਅਸੀਂ ਵजीफा ਤਨਖਾਹ ਕਿਹਦੇ ਕੋਲ ਲੈਂਦੇ ਹਾਂ? ਅਕਾਲ ਪੁਰਖ ਪਰਮਾਤਮਾ ਤੋਂ। ਪਾਣੀ ਉਹਨੇ ਬਣਾਇਆ, ਧਰਤੀ ਉਹਨੇ ਬਣਾਈ ਹੈ, ਸੂਰਜ ਉਹਨੇ ਬਣਾਇਆ, ਚੰਦ ਉਹਨੇ ਬਣਾਇਆ, ਬਨਸਪਤੀ ਉਹਨੇ ਬਣਾਈ ਹੈ, ਰਿਜ਼ਕ ਉਹ ਪਹੁੰਚਾਉਂਦਾ ਹੈ, ਸਵਾਸ ਉਹਦੇ ਹੁਕਮ ਵਿੱਚ ਚੱਲਦੇ ਨੇ। ਮੇਰਾ ਜਿਹੜਾ ਇਹ ਤਨ 5 ਤੱਤਾਂ ਦਾ ਬਣਿਆ ਉਹਨੇ ਸਾਜਿਆ, ਉਹਨੇ ਅੱਖਾਂ ਇੱਥੇ ਲਾਈਆਂ, ਕੰਨ ਲਾਏ ਨੇ, ਨੱਕ ਲਾਇਆ, ਜ਼ੁਬਾਨ ਲਾਈ ਹੈ, ਸਵਾਦ ਦਿੱਤੇ ਨੇ, ਰਸ ਦਿੱਤੇ ਨੇ, ਉਹਦੀ ਨਿਆਮਤਾਂ ਬੇਅੰਤ ਨੇ। ਇਹ ਸਾਰਾ ਵਜੋ ਸਾਹਿਬ ਕਾ, ਇਹ ਸਾਰੀਆਂ ਦਾਤਾਂ ਬੇਅੰਤ ਦਾਤਾਂ ਅਕਾਲ ਪੁਰਖ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਨੇ। ਤੇ ਸੇਵਾ ਅਸੀਂ ਬਗਾਨਿਆਂ ਦੀ ਕਰਦੇ ਹਾਂ। ਅਸੀਂ ਵਾਹਿਗੁਰੂ ਦਾ ਕਦੀ ਸ਼ੁਕਰ ਨਹੀਂ ਕਰਦੇ। ਉਹਦੀ ਸਿਫਤ ਸਲਾਹ ਵਿੱਚ ਰਚੀ ਹੋਈ ਬਾਣੀ ਗੁਰੂ ਪਾਸੋਂ, ਗੁਰੂ ਸਾਹਿਬਾਨ ਪਾਸੋਂ, ਭਗਤਾਂ ਪਾਸੋਂ ਅਸੀਂ ਪੜ੍ਹਦੇ ਨਹੀਂ ਹੈਗੇ, ਵਿਚਾਰਦੇ ਨਹੀਂ ਹੈਗੇ, ਉਹਨੂੰ ਗਾਉਂਦੇ ਨਹੀਂ ਹੈਗੇ। ਅਸੀਂ ਡੇਰਿਆਂ 'ਤੇ ਜਾਂਦੇ ਹਾਂ, ਮੜੀਆਂ 'ਤੇ ਜਾਂਦੇ ਹਾਂ, ਦੇਵੀ ਦੇਵਤਿਆਂ ਦੇ ਚੱਕਰਾਂ 'ਚ ਪੈਂਦੇ ਹਾਂ, ਤੀਰਥਾਂ, ਤਾਨ, ਤਪ, ਨਜ਼ਰ ਬੱਟੂ ਤੇ ਹੋਰ ਕਿੰਨੇ ਬੇਅੰਤ ਕਿਸਮ ਦੇ ਕਰਮ ਕਾਂਡ ਅਸੀਂ ਕਰਦੇ ਹਾਂ। ਇਹ ਸਾਰੇ ਕੀ ਸੇਵ ਬਿਰਾਨੀ, ਅਰਥਾਤ ਅਸੀਂ ਸਾਰੇ ਬਗਾਨੀ ਸੇਵਾ ਵਿੱਚ ਲੱਗੇ ਹੋਏ ਹਾਂ। ਜਿਹੜੇ ਪਰਮਾਤਮਾ ਨੇ ਇੰਨੀਆਂ ਦਾਤਾਂ ਦਿੱਤੀਆਂ ਉਹਦਾ ਸ਼ੁਕਰਾਨਾ ਨਹੀਂ ਕਰਦੇ, ਉਹਦੇ ਗੀਤ ਨਹੀਂ ਗਾਉਂਦੇ, ਉਹਦੇ ਗੁਣ ਨਹੀਂ ਗਾਉਂਦੇ। ਸੋ ਇਹ ਵਜੋ ਸਾਹਿਬ ਕਾ ਸੇਵ ਪ੍ਰਾਨੀ। ਤੇ ਕਹਿੰਦੇ ਐਸੇ ਗੁਨਾਹ ਅਛਾਦਿਓ ਪ੍ਰਾਨੀ। ਅਛਾਦਿਓ ਦਾ ਮਤਲਬ ਹੈ ਟੱਕੇ ਹੋਏ, ਅਰਥਾਤ ਪ੍ਰਭਾਵ ਅਧੀਨ, ਮਤਲਬ ਕਿ ਨਸ਼ੇ ਵਿੱਚ ਧੁੱਤ ਹੋਏ। ਐਸੇ ਗੁਨਾਹ ਵੇ, ਇੰਨਾ ਖਤਰਨਾਕ ਜਿਹੜਾ ਗੁਨਾਹ ਹੈ, ਗੁਸਤਾਖੀ ਹੈ, ਗਲਤੀ ਹੈ, ਜਿਹੜਾ ਪ੍ਰਾਣੀ ਹੈ ਉਹਦੇ ਪ੍ਰਭਾਵ ਦੇ ਅਧੀਨ ਜੀ ਰਿਹਾ, ਵੀ ਤਨਖਾਹ ਕਿਸੇ ਹੋਰ ਕੋਲ ਲੈ ਰਿਹਾ, ਦਿੱਤਾ ਕਿਸੇ ਹੋਰ ਦਾ ਖਾ ਰਿਹਾ ਤੇ ਸੇਵਾ ਕਿਸੇ ਹੋਰ ਦੀ ਕਰਦਾ ਪਿਆ ਹੈ। ਸੋ ਅਸੀਂ ਸਾਰਿਆਂ ਨੇ ਇਸ ਗੁਨਾਹ ਤੋਂ ਬਚਣਾ ਹੈ। ਅਸੀਂ ਇਹ ਗੱਲ ਮੰਨ ਕੇ ਚੱਲਣੀ ਕਿ ਦਾਤਾ ਜਿਹੜਾ ਹੈ ਅਕਾਲ ਪੁਰਖ ਇੱਕ ਹੈ, ਪਰਮਾਤਮਾ ਵਾਹਿਗੁਰੂ ਇੱਕ ਹੈ, ਸਿਰਜਣਹਾਰ ਹੈ, ਪਾਲਣਹਾਰ ਹੈ ਤੇ ਦੂਜਾ ਹੋਰ ਕੋਈ ਲੈਣ ਦੇਣ ਵਾਲਾ ਨਹੀਂ ਹੈ। ਅਵੇ ਤਵੇ ਕੀ ਚਾਕਰੀ ਕਿਉਂ ਦਰਗਾਹ ਪਾਵੇ, ਪੱਥਰ ਕੀ ਬੇੜੀ ਜੇ ਚੜ੍ਹੈ ਪਰ ਨਾਲ ਬੁਡਾਵੇ। ਪਰ ਨਾਲ ਦਾ ਅਰਥ ਹੁੰਦਾ ਹੈ ਡੂੰਘਾ ਸਾਗਰ। ਅਵੇ ਤਵੇ, ਹੁਣ ਗੁਰੂ ਸਾਹਿਬ ਦੇਖੋ ਕਿੰਨੇ ਸਖਤ ਸ਼ਬਦ ਵਰਤਦੇ ਨੇ ਗੁਰੂ ਨਾਨਕ ਪਾਤਸ਼ਾਹ। ਅਵੇ ਤਵੇ ਦਾ ਮਤਲਬ ਹੈ, ਇੰਗਲਿਸ਼ ਵਿੱਚ ਅਸੀਂ ਕਹਿ ਦਿੰਦੇ ਹਾਂ ਟੌਮ ਡਿਕ ਐਂਡ ਹੈਰੀ, ਡਿਕ ਟੌਮ ਐਂਡ ਹੈਰੀ, ਜਾਂ ਐਰਾ ਗੈਰਾ ਨੱਥੂ ਖੈਰਾ। ਗੁਰੂ ਸਾਹਿਬ ਮਨੁੱਖਾਂ ਦੀ ਚਾਕਰੀ ਨੂੰ ਇਸ ਤਰ੍ਹਾਂ ਕਹਿੰਦੇ ਨੇ। ਪਰ ਆਮ ਸਮਾਜ ਵਿੱਚ ਕੀ ਹੁੰਦਾ ਹੈ, ਜਿਹੜੇ ਬੰਦੇ ਕੋਲ ਕੋਈ ਜ਼ਿਆਦਾ ਪੈਸਾ ਹੈ ਅਸੀਂ ਉਹਦੇ ਆਲੇ ਦੁਆਲੇ ਘੁੰਮਣ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਕੋਈ ਬੰਦਾ ਵੱਡਾ ਅਫਸਰ ਹੈਗਾ ਉਹਦੀ ਨੇੜਤਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਾਂ ਕੋਈ ਬੰਦਾ ਸਿਆਸਤ ਵਿੱਚ ਕੋਈ ਮੰਤਰੀ, MLA, ਮੁੱਖ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਹੈ, ਉਹਦੇ ਨਾਲ ਫੋਟੋ ਖਿਚਵਾਉਣ ਦੀ, ਉਹਦੇ ਨਾਲ ਜਾਣ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਗੁਰੂ ਸਾਹਿਬ ਨੂੰ ਕਹਿੰਦੇ ਨੇ ਅਵੇ ਤਵੇ ਕੀ ਚਾਕਰੀ, ਹਰ ਐਰੇ ਗਹਿਰੇ ਨੱਥੂ ਖੈਰੇ ਦੀ ਚਾਕਰੀ ਕਰਕੇ ਕਿਉਂ ਦਰਗਾਹ ਪਾਵੇ। ਦਰਗਾਹ ਨਹੀਂ ਪਾਈ ਜਾ ਸਕਦੀ, ਪਰਮਾਤਮਾ ਦੀ ਹਜ਼ੂਰੀ ਨਹੀਂ ਪ੍ਰਾਪਤ ਕੀਤੀ ਜਾ ਸਕਦੀ, ਪਰਮਾਤਮਾ ਦੇ ਦਰਸ਼ਨ ਨਹੀਂ ਕੀਤੇ ਜਾ ਸਕਦੇ। ਤੇ ਗੁਰੂ ਸਾਹਿਬ ਕਹਿੰਦੇ ਨੇ ਇਹ ਸਾਰਾ ਜਿਹੜਾ ਜਗਤ ਹੈ ਇਹਦੇ ਭਿਖਾਰੀ ਹੈ, ਮੰਗਤਾ ਹੈ, ਚਾਹੇ ਕੋਈ ਪ੍ਰਧਾਨ ਮੰਤਰੀ ਹੈ, ਚਾਹੇ ਕੋਈ ਰਾਸ਼ਟਰਪਤੀ ਹੈ, ਪਰਮਾਤਮਾ ਦੇ ਦਰ ਦੇ ਸਾਰੇ ਹੀ ਮੰਗਤੇ ਨੇ ਤੇ ਇੱਕ ਮੰਗਤਾ ਦੂਜੇ ਮੰਗਤੇ ਕੋਲੋਂ ਮੰਗਦਾ ਚੰਗਾ ਨਹੀਂ ਲੱਗਦਾ। ਸੋ ਅਵੇ ਤਵੇ ਕੀ ਚਾਕਰੀ ਕਿਉਂ ਦਰਗਾਹ ਪਾਵੇ, ਪੱਥਰ ਕੀ ਬੇੜੀ ਜੇ ਚੜ੍ਹੈ ਪਰ ਨਾਲ ਬੁਡਾਵੇ। ਹੇ ਭਾਈ, ਜੇ ਕੋਈ ਪੱਥਰ ਦੀ ਬੇੜੀ ਵਿੱਚ ਚੜ੍ਹੇਗਾ ਤੇ ਡੂੰਘੇ ਪਾਣੀ ਵਿੱਚ ਡੁੱਬਿਆ ਹੀ ਸਮਝੋ। ਸੋ ਅਵੇ ਤਵੇ ਕੀ ਚਾਕਰੀ ਜਿਹੜੀ ਹੈ ਉਹ ਪੱਥਰ ਦੀ ਬੇੜੀ ਵਿੱਚ ਚੜ੍ਹਨ ਦੇ ਤੁੱਲ ਹੈ। ਤੇ ਇਹੋ ਜਿਹਾ ਮਨੁੱਖ ਸੰਸਾਰ ਸਾਗਰ ਦੇ ਡੂੰਘੇ ਸਮੁੰਦਰ ਵਿੱਚ ਡੁੱਬ ਜਾਂਦਾ ਹੈ, ਆਪਣਾ ਜਨਮ ਅਜਾਈਂ ਗਵਾ ਲੈਂਦਾ ਹੈ, ਉਹਦਾ ਜਨਮ ਫਿਰ ਸਫਲ ਨਹੀਂ ਹੁੰਦਾ, ਉਹ ਜੀਵਨ ਦੀ ਬਾਜ਼ੀ ਹਾਰ ਕੇ ਇੱਥੋਂ ਦੀ ਜਾਂਦਾ। ਸੋ ਅਸੀਂ ਸਾਰਿਆਂ ਨੇ ਅਵੇ ਤਵੇ ਕੀ ਚਾਕਰੀ ਤੋਂ ਬਚਣਾ ਹੈ ਤੇ ਚਾਕਰੀ ਸਿਰਫ ਤੇ ਸਿਰਫ ਗੁਰੂ ਦੀ, ਅਕਾਲ ਪੁਰਖ ਪਰਮਾਤਮਾ ਦੀ ਹੀ ਕਰਨੀ ਹੈ। ਅੱਗੇ ਗੁਰੂ ਸਾਹਿਬ ਸਮਝਾਉਂਦੇ ਹਨ, ਤਿਆਗ ਸੁਆਮੀ ਆਨ ਕੋ ਚਿਤਵਤ। ਤਿਆਗ ਦੇ ਗੱਗੇ ਨੂੰ ਸਿਹਾਰੀ ਹੈ, ਅਰਥਾਤ ਤਿਆਗ ਕੇ ਸੁਆਮੀ ਨੂੰ। ਆਨ ਦਾ ਅਰਥ ਹੈ ਹੋਰ,
ਕਉ ਚਿਤਵਤ, ਚਿਤਵਤ ਮੈਨੇ ਚੇਤੇ ਕਰਦੇ ਨੇ, ਸਿਮਰਨ ਕਰਦੇ ਨੇ। ਜਿਹੜੇ ਮਨੁੱਖ ਸੁਆਮੀ ਨੂੰ, ਮਾਲਿਕ ਨੂੰ ਤਿਆਗ ਕੇ, ਜਿਹੜਾ ਸੁਆਮੀ ਨੇ ਇਹ ਤਨ ਦਿੱਤਾ ਹੈ, ਮਨ ਦਿੱਤਾ ਹੈ, ਸਵਾਸ ਦਿੱਤੇ ਨੇ, ਸਾਰੀ ਨਿਆਮਤਾਂ ਦਿੱਤੀਆਂ ਨੇ, ਤਿਆਗ ਸੁਆਮੀ ਆਨ ਕੋ ਚਿਤਵਤ, ਕਿਸੇ ਹੋਰ ਨੂੰ ਆਪਣੇ ਚਿੱਤ ਵਿੱਚ ਲਿਆਉਂਦੇ ਨੇ। ਮੂੜ ਮੁਗਧ ਖਲ ਖਰ ਤੇ, ਉਹ ਮਨੁੱਖ ਖੋਤੇ ਨੇ, ਪਸ਼ੂ ਨੇ, ਮੂੜ ਨੇ, ਮੁਗਧ ਨੇ, ਮੂਰਖ ਨੇ। ਗੁਰੂ ਸਾਹਿਬ ਨੇ ਦੇਖੋ ਕਿੰਨੇ ਸਖਤ ਸ਼ਬਦ ਵਰਤੇ ਨੇ ਗੁਰੂ ਅਰਜਨ ਪਾਤਸ਼ਾਹ ਨੇ। ਕਹਿੰਦੇ ਕਾਗਰ ਨਾਵ ਲੰਘੇ ਕਤ ਸਾਗਰ, ਨਾਵ ਦਾ ਮਤਲਬ ਕਿਸ਼ਤੀ, ਕਾਗਰ ਦਾ ਅਰਥ ਹੈ ਕਾਗਜ਼, ਲੰਘੇ ਮਨੇ ਲੰਘਣਾ, ਕਤ ਕਿਵੇਂ ਸਾਗਰ। ਭਾਈ ਇਹ ਦੱਸੋ ਕਾਗਜ਼ ਦੀ ਕਿਸ਼ਤੀ ਵਿੱਚ ਸਾਗਰ ਕਿਵੇਂ ਪਾਰ ਕੀਤਾ ਜਾ ਸਕਦਾ ਹੈ। ਬ੍ਰਿਥਾ ਕਥਤ ਹਮ ਤਰਤੇ, ਜਿਹੜੇ ਮਨੁੱਖ ਪਰਮਾਤਮਾ ਦੀ ਬੰਦਗੀ ਛੱਡ ਕੇ ਤੀਰਥਾਂ, ਦਾਨ, ਤਪ, ਵਰਤ, ਕਰਮ ਕਾਂਡ ਇਹਨਾਂ ਚੱਕਰਾਂ 'ਚ ਪਏ ਰਹਿੰਦੇ ਨੇ ਤੇ ਇਸ ਭੁਲੇਖੇ 'ਚ ਨੇ ਕਿ ਅਸੀਂ ਧਰਮੀ ਹਾਂ ਤੇ ਅਸੀਂ ਤਰ ਜਾਵਾਂਗੇ। ਉਹ ਕਹਿੰਦੇ ਬ੍ਰਿਥਾ ਕਥਤ ਹਮ ਤਰਤੇ, ਉਹਨਾਂ ਦੇ ਦਾਅਵੇ ਵਿਅਰਥ ਨੇ ਕਿ ਉਹ ਤਰ ਜਾਣਗੇ, ਕਿਉਂਕਿ ਕਾਗਜ਼ ਦੀ ਕਿਸ਼ਤੀ ਵਿੱਚ ਬੈਠ ਕੇ ਕਦੀ ਵੀ ਸਾਗਰ ਨਹੀਂ ਲੰਘਿਆ ਜਾ ਸਕਦਾ। ਤੇ ਗੁਰੂ ਸਾਹਿਬ ਕਹਿੰਦੇ ਨੇ ਪਰਮਾਤਮਾ ਇੱਕ ਅਕਾਲ ਪੁਰਖ ਦੀ ਬੰਦਗੀ ਛੱਡ ਕੇ ਕਿਸੇ ਹੋਰ ਚੱਕਰਾਂ ਵਿੱਚ ਪੈਣਾ ਇਹ ਕਾਗਜ਼ ਦੀ ਕਿਸ਼ਤੀ ਵਿੱਚ ਬੈਠਣ ਦੇ ਤੁਲ ਹੈ। ਸੋ ਆਓ ਅਸੀਂ ਸਾਰੇ ਇਹੋ ਜਿਹੀ ਮੂਰਖਤਾ ਤੋਂ ਬਚੀਏ। ਜੋ ਜਾਚੋਂ ਤੂੰ ਕੇਵਲ ਰਾਮ, ਕਹਿੰਦੇ ਹੇ ਭਾਈ ਜਦੋਂ ਵੀ ਮੈਂ ਕੋਈ ਜਾਚਨਾ ਕਰਦਾ, ਮੰਗ ਰੱਖਦਾ, ਕੋਈ ਖੈਰ ਮੰਗਦਾ ਤੂੰ ਕੇਵਲ ਰਾਮ, ਤੇ ਮੈਂ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਪਰਮਾਤਮਾ ਰਾਮ ਖੁਦਾ ਕੋਲੋਂ ਹੀ ਮੰਗਦਾ। ਆਨ ਦੇਵ ਸਿਉ ਨਾਹੀ ਕਾਮ, ਆਨ ਮੈਨੇ ਹੋਰ, ਦੇਵ ਮੈਨੇ ਦੇਵੀ ਦੇਵਤੇ, ਮੇਰਾ ਕਿਸੇ ਹੋਰ ਦੇਵੀ ਦੇਵਤੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਕੋਈ ਸੰਬੰਧ ਨਹੀਂ। ਜਦੋਂ ਵੀ ਮੈਂ ਕੋਈ ਮੰਗ ਰੱਖਣੀ ਹੈ ਮੈਂ ਆਪਣੇ ਮਾਲਿਕ ਕੋਲ ਰੱਖ ਦਿੰਦਾ, ਕਿਉਂਕਿ ਦੇਵੀ ਦੇਵਤੇ ਤੇ ਕਈ ਹੈਗੇ ਨੇ ਤੇ ਹਰ ਦੇਵੀ ਦੇਵਤੇ ਦੀ ਜਿਹੜੀ ਉਹ ਹੈਗੀ ਹੈ ਮਤਲਬ ਕਿ ਸਮਰੱਥਾ ਉਹ ਵੱਖਰੀ ਵੱਖਰੀ ਹੈ। ਇਹ ਦੇਵੀ ਦੇਵਤਾ ਕੰਮ ਸ਼ੁਰੂ ਕਰਨ ਲਈ, ਇਹ ਦੇਵੀ ਦੇਵਤਾ ਵਿੱਦਿਆ ਲਈ, ਇਹ ਦੇਵੀ ਦੇਵਤਾ ਧਨ ਲਈ, ਇਹ ਦੇਵੀ ਦੇਵਤਾ ਇਸ ਲਈ, ਇਹ ਦੇਵੀ ਦੇਵਤਾ ਉਸ ਲਈ। ਸੋ ਗੁਰੂ ਸਾਹਿਬ ਤੇ ਕਹਿੰਦੇ ਨੇ ਕਿ ਜਿਹੜਾ ਮੇਰਾ ਮਾਲਿਕ ਵਾਹਿਗੁਰੂ ਹੈ ਉਹ ਸਰਬ ਕਲਾ ਭਰਪੂਰ ਤੇ ਸਰਬ ਕਲਾ ਸਮਰੱਥ ਹੈ, ਉਹ ਸਾਰੀਆਂ ਇੱਛਾ ਪੂਰੀਆਂ ਕਰਨ ਦੇ ਯੋਗ ਹੈ। ਸੋ ਆਨ ਦੇਵ ਸਿਉ ਨਾਹੀ ਕਾਮ, ਮੇਰਾ ਕਿਸੇ ਹੋਰ ਦੇਵੀ ਦੇਵਤੇ ਨਾਲ ਲੈਣਾ ਦੇਣਾ ਨਹੀਂ ਹੈ। ਅੱਗੇ ਕਹਿੰਦੇ ਨੇ ਭਗਤ ਵੀਰ ਜੀ, ਕਹਿੰਦੇ ਨਾਵਨ ਕਉ ਤੀਰਥ ਘਣੇ, ਮਨ ਬਉਰਾਰੇ, ਪੂਜਨ ਕਉ ਬਹੁਦੇਵ। ਹੇ ਮੇਰੇ ਮੂਰਖ ਮਨ, ਨਹਾਉਣ ਵਾਸਤੇ, ਇਸ਼ਨਾਨ ਵਾਸਤੇ ਤੀਰਥ ਬੜੇ ਬਣੇ ਹੋਏ ਨੇ ਤੇ ਪੂਜਾ ਕਰਨ ਵਾਸਤੇ ਵੀ ਦੇਵੀ ਦੇਵਤੇ ਬੜੇ ਨੇ, ਤੇ ਹਰ ਦੇਵੀ ਦੇਵਤੇ ਦੀ ਪੂਜਾ ਦੀ ਵਿਧੀ ਵੱਖਰੀ ਵੱਖਰੀ ਹੈ। ਹਰ ਦੇਵੀ ਦੇਵਤੇ ਨਾਲ ਵੱਖਰਾ ਵੱਖਰਾ ਵਰ, ਵੱਖਰਾ ਵੱਖਰਾ ਸਰਾਪ ਜੁੜਿਆ ਹੋਇਆ ਹੈ ਕਿ ਕਿਵੇਂ ਪੂਜਾ ਕਰਕੇ ਉਹਦੇ ਸਰਾਪ ਤੋਂ ਬਚਣਾ ਹੈ ਤੇ ਕਿਵੇਂ ਪੂਜਾ ਕਰਕੇ ਉਹਦੇ ਕੋਲ ਵਰ ਲੈਣਾ ਹੈ, ਤੇ ਕਿਹੜੇ ਤੀਰਥ ਤੇ ਜਾ ਕੇ ਕਿਹੜੀ ਇੱਛਾ ਪੂਰਤੀ ਹੋਣੀ ਹੈ, ਕਿਹੜੇ ਤੀਰਥ ਤੇ ਜਾ ਕੇ ਪਾਪ ਧੋਤੇ ਜਾਣੇ ਨੇ, ਕਿਹੜੇ ਤੀਰਥ ਤੇ ਜਾ ਕੇ ਗਤੀ ਹੋਣੀ ਹੈ। ਇੱਦਾਂ ਦੀਆਂ ਦੱਸਾਂ, ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਮੇਰੇ ਕੰਨ 'ਚ ਪੈਂਦੀਆਂ ਰਹਿੰਦੀਆਂ ਨੇ। ਭਗਤ ਵੀਰ ਜੀ ਕਹਿੰਦੇ ਵੀ ਬੜੇ ਸਾਰੇ ਤੀਰਥ ਨੇ, ਘਨੇਰੇ ਤੀਰਥ ਨੇ ਤੇ ਕਿੰਨੇ ਸਾਰੇ ਦੇਵੀ ਦੇਵਤੇ ਨੇ। ਹੇ ਮੇਰੇ ਮਨ ਬਉਰਾ ਰੇ, ਤੂੰ ਇਸ ਚੱਕਰ ਵਿੱਚ ਨਾ ਪਈ, ਕਿਉਂ ਕਹੋ ਕਬੀਰ ਛੂਟਨ ਨਹੀਂ, ਮਨ ਬਉਰਾ ਰੇ ਛੂਟਨ ਹਰ ਕੀ ਸੇਵ। ਹੇ ਮੇਰੇ ਬੌਰੇ ਮਨ, ਤੂੰ ਲੋਕਾਂ ਮਗਰ ਲੱਗ ਕੇ ਤੀਰਥਾਂ ਦੇ ਤੇ ਦੇਵੀ ਦੇਵਤਿਆਂ ਦੀ ਪੂਜਾ ਦੇ ਚੱਕਰ ਵਿੱਚ ਨਾ ਪਈ, ਕਿਉਂਕਿ ਇਹ ਕੰਮ ਕਰਨ ਦੇ ਨਾਲ ਛੂਟਨ ਨਹੀਂ, ਛੁਟਕਾਰਾ ਨਹੀਂ ਹੋਣਾ। ਮਾਇਆ ਤੋਂ, ਤ੍ਰਿਸ਼ਨਾ ਤੋਂ, ਕ੍ਰੋਧ ਤੋਂ, ਲੋਭ ਤੋਂ, ਲਾਲਚ ਤੋਂ, ਮੌਤ ਦੇ ਡਰ ਤੋਂ, ਚਿੰਤਾ ਤੋਂ, ਫਿਕਰ ਤੋਂ, ਇਹਨਾਂ ਤੋਂ ਛੁਟਕਾਰਾ ਨਹੀਂ ਹੋਣਾ। ਇਹ ਜੀਵਨ ਦੀ ਬਾਜ਼ੀ ਨਹੀਂ ਜਿੱਤੀ ਜਾਣੀ, ਇਹ ਮਨੁੱਖਾ ਜਨਮ ਸਫਲ ਨਹੀਂ ਹੋਣਾ। ਛੂਟਨ ਹਰ ਕੀ ਸੇਵ, ਜੇ ਬਾਜ਼ੀ ਜਿੱਤੀ ਜਾਣੀ ਹੈ, ਜੇ ਕੋਈ ਜ਼ਿੰਦਗੀ 'ਚ ਸਫਲਤਾ ਮਿਲਣੀ ਹੈ ਤੇ ਉਹ ਹਰੀ ਪਰਮਾਤਮਾ ਇੱਕ ਅਕਾਲ ਪੁਰਖ ਹਰੀ ਦੀ ਸੇਵਾ ਵਿੱਚ ਜੁੜ ਕੇ ਹੀ ਹੋਣੀ ਹੈ। ਆਓ ਇੱਕ ਆਖਰੀ ਉਦਾਹਰਣ ਹੋਰ ਲਈਏ ਤੇ ਇਸ ਤੋਂ ਬਾਅਦ ਇਸ ਵੀਡੀਓ ਦੀ ਸਮਾਪਤੀ ਹੈ। ਇੱਕ ਮੂਲ ਲਗੇ ਓਨੀ ਸੁਖ ਪਾਇਆ। ਮੂਲ ਦਾ ਅਰਥ ਹੁੰਦਾ ਜੜ, ਇੱਕ ਦਾ ਅਰਥ ਹੈ ਕੱਕੇ ਨੂੰ ਸਿਹਾਰੀ ਦਾ ਮਤਲਬ ਕਈ ਭਾਗਾਂ ਵਾਲੇ ਐਸੇ ਨੇ ਜਿਹੜੇ ਮੂਲ ਨਾਲ ਜੁੜੇ ਰਹਿੰਦੇ ਨੇ। ਇਹ ਸਾਰੇ ਬ੍ਰਹਿਮੰਡ ਦਾ, ਸਾਡਾ ਸਾਰਿਆਂ ਦਾ ਮੂਲ ਹੈ ਅਕਾਲ ਪੁਰਖ ਪਰਮਾਤਮਾ, ਕਿਉਂਕਿ ਸਾਡਾ ਸਾਰਿਆਂ ਦਾ ਬ੍ਰਹਿਮੰਡ ਦਾ ਜਨਮ ਜਿਹੜਾ ਹੈ ਅਕਾਲ ਪੁਰਖ ਪਰਮਾਤਮਾ ਤੋਂ ਹੀ ਹੋਇਆ ਹੈ। ਸੋ ਸਾਰੇ ਜਗਤ ਦਾ ਜੋ ਜੜ ਹੈ, ਮੂਲ ਹੈ, ਉਹ ਅਕਾਲ ਪੁਰਖ ਪਰਮਾਤਮਾ ਹੈ। ਕਹਿੰਦੇ ਜਿਹੜੇ ਭਾਗਾਂ ਵਾਲੇ ਮੂਲ ਨਾਲ ਲੱਗੇ ਰਹਿੰਦੇ ਨੇ ਉਨੀ ਸੁਖ ਪਾਇਆ, ਉਹ ਆਤਮਿਕ ਆਨੰਦ ਪਾਉਂਦੇ ਨੇ। ਡਾਲੀ ਲਾਗੇ ਤਿਨੀ ਜਨਮ ਗਵਾਇਆ, ਜਿਹੜੇ ਟਾਹਣੀਆਂ ਨੂੰ ਫੜ ਕੇ ਬੈਠੇ ਨੇ, ਕੋਈ ਦੇਹਧਾਰੀਆਂ ਦੇ ਮਗਰ, ਕੋਈ ਮੜੀਆਂ ਦੇ ਮਗਰ, ਕੋਈ ਦੇਵੀ ਦੇਵਤਿਆਂ ਦੇ ਮਗਰ, ਕੋਈ ਤੀਰਥਾਂ ਦੇ ਚੱਕਰ ਵਿੱਚ, ਕੋਈ ਨਜ਼ਰ ਵੱਟੂ ਦੇ ਚੱਕਰ ਵਿੱਚ, ਕੋਈ ਤਵੀਤ ਦੇ ਚੱਕਰ ਵਿੱਚ, ਕੋਈ ਲੌਕਟ ਦੇ ਚੱਕਰ ਵਿੱਚ, ਕੋਈ ਇਸ ਉਂਗਲੀ ਵਿੱਚ ਇਹ ਮੁੰਦਰੀ ਪਾ ਲਓ,
इस उंगली विच ਇਹ वाला नग पा लो, इस उंगली विच ਇਹ वाला पत्थर पा लो। कोई रेकी के चक्कर विच पिया होया है, कोई फैंग शुई के चक्कर विच पिया होया है, कोई लाफिंग बुद्धा के चक्कर विच पिया होया है, कोई पॉजिटिव एनर्जी नैगेटिव एनर्जी के चक्कर विच पिया होया है, कोई पॉजिटिव थिंकिंग के सैमीनार अटेंड कर रहा है, तो कोई मोटिवेशनल गुरु के मगर लगा होया है, कोई अपना लाइफ स्टाइल गुरु के मगर लगा होया है। ये सारे काम बिल्कुल व्यर्थ ने। गुरबाणी तो ऊपर कोई भी चीज़ नहीं है। सो एक मूल लगे उन्नी सुख पाया। ਜਿਹੜੇ ਜੜ ਨਾਲ ਜੁੜ ਜਾਂਦੇ ਨੇ ਉਹਦੀ ਸਾਰੀ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ। डाली लागे तिन्नी जन्म गवाया। मूल नाल लगन का सब तो सौखा तरीका है बाणी पढ़ी जाए, क्योंकि गुरबाणी जिहड़ी है मूल चों निकली है, मूल की गल करती है तो मूल के नाल ही जोड़ती है। समुची बाणी जिहड़ी है वो सिर्फ तो सिर्फ मूल की गल करती है। गुरु ग्रंथ साहिब विच कोई पूजा की, कोई हवन की, कोई इच्छा पूर्ति की विधियां का विधान नहीं हैगा। सिर्फ तो सिर्फ अकाल पुरख नूं, अकाल पुरख की सिफत सलाह है, जिहदे राहीं साडा अकाल पुरख दे नाल प्यार पैंदा है, संबंध जुड़ता है। हुण इस तरह क्यों है कि एक मूल लगे उन्नी सुख पाया। कहते अमृत फल तिन जन को लागे, जो बोले अमृत बाता है। कहते हे भाई उसी जन नू, उसी जन दे जीवन नू, जीवन रूपी रुख नू अमृत रूपी फल लगेगा। जो बोले अमृत बाता है, जो अमृत दियां गल्लां करेगा, जो अमृत रूपी सिफत सलाह दी बाणी दे बोल बोलेगा। यह किस तरह हो सकता है? ਅਸੀਂ जब बाणी पढ़ांगे तो जे बाणी वार-वार पढ़ांगे, बाणी मन च वसेगी तो असी होर किसी नाल जिल्ले गल करांगे वो भी बाणी की गल करांगे। सो बाणी पढ़नी चाहिए है, बाणी सुननी चाहिए है, बाणी कंठ करनी चाहिए है, बाणी विचारनी चाहिए है, बाणी मन च वसानी चाहिए है, तो नाल दे नाल बाणी कमाउणी भी चाहिए है। फिर जीवन जिहड़ा है यह अमृत रूपी रुख बन जाता है, इनू अमृत रूपी फल लगते हैं, तो सारी चिंतावां, सारे डर, सारे विकार जिहड़े ने वो उड पुड जाते हैं। सो इस वीडियो राही असी एक अते सिर्फ एक नाल जुड़न का जो कीमती सिद्धांत है गुरु ग्रंथ साहिब जी का, वो सीखण का यतन किया है। सो जिंदगी विच उतार चढ़ाव आते रहते हैं, लाहा आंदा है, कभी तोटा आंदा है, कभी गर्मी आती है, कभी ठंड आती है, जेठ हाड़ आ गया, कभी पो माघ आ गया, बसंत रुत भी आती है, पतझड़ भी आती है। सो जिंदगी घर साडे जन्म भी होंदा है, मौत भी होंदी है, सुख भी आता है, दुख भी आता है। जे शरीर है तो इनू कभी रोग भी लगता है। सो कभी भी इहो जे औखे वेले कभी तोटा आ जाए, कभी शरीर में रोग लग जाए, कभी मौत हो जाए, कभी कोई नुकसान हो जाए, कभी भी अपने सिदक दे विच, अपने भरोसे दे विच, अपने विश्वास दे विच तरेड़ नहीं आण देनी चाहिए, चिब नहीं पैण देना चाहिए। कभी भी अकाल पुरख परमात्मा नूं, गुरु नूं उलामा नहीं देना चाहिए। सो जिहड़ी इन्नी वड्डी दात भाणा मनण दी यह सानूं गुरु साहब बख्शदे ने। सो एक दा दर छड्ड के कहंदे जिन्ना नाम सुहागणी तिन्ना झाकना होर। कितना वधिया उदाहरण गुरु साहब ने सानूं दिता है। जिहड़ी पतिव्रता इस्तरी हुंदी है, वो पति का अगर बिजनेस मान लो डाउन हो जाए, फेल हो जाए, तो पति थोड़ी बदल लेंदी है अपना। पतिव्रता तो वही हुंदी है जदों पति महलां विच हैगा तां भी अपने पति नाल संबंध जोड़ के रखदी है, तो जदों कभी बिजनेस फेल हो जाए तो झुग्गी झोंपड़ी च आ जाए तां भी अपने पति नाल संबंध बना के रखती है। वो अपना पति नहीं बदलती, वो अपना खसम नहीं बदलती। पर असीं तो कहते हैं बंदा कोई कहे जी फलानी मड़ी ते जाके, फलाने पीर ते जाके खीर चाढ़ो तुहाडा वीज़ा लग जाएगा, तो बंदे सारे लाइनां वालों पा के उत्थे चले जाते हैं। फलानी जगह जाओ उत्थे तुसीं प्लास्टिक का जहाज चढ़ाओ तो तुहानूं कनेडा का वीज़ा मिल जाएगा, सारे लाइनां बना के उत्थे चले जाते हैं। सो यह तो सारी भेड़ चाल हैगी है, यह अनपढ़ता की, मूर्खता की निशानी है। सो इहो जे कामां तो सानूं सारिआं नूं बचना चाहिए है। तो सिर्फ सानूं एक अकाल पुरख परमात्मा ते, चाहे उन्होंने राम कह लो, चाहे उन्होंने अल्लाह कह लो, चाहे उन्होंने खुदा कह लो, चाहे गॉड कह लो, उहदे ते ही टेक रखनी चाहिए है। तो गुरबाणी पढ़ के उस परमात्मा के गुणां बारे, वो किहो जिहा है, कित्थे रहिंदा है, की करदा, उहदे की करतब ने, यह सारिआं दे नाल सानूं जाण पछाण अपनी बनानी चाहिए है। सो इन्नियां ही बेनतियां प्रवान करनियां जी। तुहाडा सारिआं दा बहुत बहुत धन्नवाद। वाहिगुरू जी का खालसा, वाहिगुरू जी की फतेह।